ਲੜੀਵਾਰ ਕਥਾ ਰਾਗ ਬਿਲਾਵਲ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਦੀ ਆਪ ਦੀ ਸਰਵਣ ਕਰ ਰਹੇ ਹੋ। ਸਰਵਣ ਕਰਨ ਤੋਂ ਪਹਿਲਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਰਤੀਆਂ ਜੋੜੀਏ। ਸੋ ਸ਼ਬਦ ਰਾਗ ਬਿਲਾਵਲ ਦੇ ਪਿੱਛੇ ਸਮਾਪਤ ਹੋ ਗਏ ਹਨ। ਅਗਲੇਰਾ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਧੀਰੋ ਦੇਖ ਤੁਮਾਰੇ ਰੰਗਾ। ਰਾਗ ਬਿਲਾਵਲ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੰਮ੍ਰਿਤ ਬਚਨ ਹਨ। ਹੇ ਮੇਰੇ ਸਾਹਿਬ ਜੀ, ਮੈਂ ਤੁਹਾਡੇ ਰੰਗ ਵੇਖ ਕੇ ਧੀਰਜ ਵਿੱਚ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੀਰੋਂ ਦੇਖ ਤੁਮਾਰੇ ਰੰਗਾ। ਵਾਹਿਗੁਰੂ ਜੀ, ਤੁਹਾਡੇ ਅਨੇਕਾਂ ਹੀ ਰੰਗ ਨੇ। ਇਹ ਸਾਰੇ ਸੰਸਾਰ 'ਚ ਪਰਮੇਸ਼ਰ ਦੇ ਅਨੇਕਾਂ ਹੀ ਰੰਗ ਵਰਤਦੇ ਹੈ। ਆਪੇ ਹਰ ਇੱਕ ਰੰਗ ਹੈ। ਆਪੇ ਬਹੁਰੰਗੀ, ਇੱਕ ਰੰਗ ਵੀ ਹੈ, ਬਹੁਰੰਗੀ ਵੀ ਹੈ। ਪਰਮੇਸ਼ਰ ਦੇ ਅਨੇਕਾਂ ਰੰਗ ਵੇਖ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਬੜੇ ਧੀਰਜ ਵਿੱਚ ਆ ਗਿਆ। ਉਹ ਤਾਂ ਕੁਝ ਤੋਂ ਕੁਝ ਕਰ ਦਿੰਦਾ। ਉਹ ਤਾਂ ਅਨੇਕ ਪ੍ਰਕਾਰ ਨਾਲ ਕੁਝ ਤੋਂ ਕੁਝ ਸਿਰਜ ਦਿੰਦਾ ਹੈ। ਕੁਝ ਤੋਂ ਕੁਝ ਬਣਾਉਂਦਿਆਂ ਦੇਰੀ ਨਹੀਂ ਲਾਉਂਦਾ, ਢਾਉਂਦਿਆਂ ਦੇਰੀ ਨਹੀਂ ਲਾਉਂਦਾ। ਉਹਦੇ ਅਨੇਕਾਂ ਹੀ ਰੰਗ ਵੇਖ ਕੇ ਮੈਂ ਬੜੇ ਧੀਰਜ ਵਿੱਚ ਆ ਗਿਆ। ਧੀਰੋਂ ਦਾ ਮਤਲਬ ਧੀਰਜ ਵਿੱਚ ਆ ਗਿਆ। ਮੈਂ ਠਰਮੇ 'ਚ ਆ ਗਿਆ। ਮੇਰੇ ਅੰਦਰ ਧੀਰਜ ਬਣ ਗਿਆ ਕਿ ਮੇਰਾ ਮਾਲਕ ਅਨੇਕ ਰੰਗਾਂ ਵਿੱਚ ਵਰਤਦਾ। ਪਹਿਲਾਂ ਉਤਾਵਲਾ ਸੀ, ਪਹਿਲਾਂ ਮਨ ਵਿੱਚ ਕਾਹਲਾ ਸੀ ਤੇ ਵੇਖਦਾ ਸੀ ਸੱਜੇ ਖੱਬੇ, ਨਜ਼ਰ ਨਹੀਂ ਸੀ ਆਉਂਦਾ। ਪਰ ਹੁਣ ਜਿਸ ਦਿਨ ਤੋਂ ਨਜ਼ਰ ਆਇਆ ਕਿ ਉਹ ਤਾਂ ਸਰਬ ਥਾਂ ਹੀ ਵਰਤ ਰਿਹਾ, ਸਾਰੇ ਰੰਗਾਂ ਵਿੱਚ ਵਰਤ ਰਿਹਾ, ਤਾਂ ਵੇਖ ਕੇ ਮੇਰੇ ਮਨ ਨੂੰ ਧੀਰਜ ਆ ਗਿਆ, ਠਰਮਾ ਆ ਗਿਆ ਵੀ ਹਾਂ ਹੈ, ਉਹੀ ਹੈ, ਸਰਬ ਥਾਂ ਹੀ ਵਰਤ ਰਿਹਾ। ਉਸ ਨੂੰ ਵੇਖ ਕੇ ਮੇਰੇ ਮਨ ਵਿੱਚ ਧੀਰੋ ਕਹੀਏ ਧੀਰਜ ਹੈ। ਤੋਹੇ ਸੁਆਮੀ ਅੰਤਰ ਜਾਮੀ। ਤੋਹੇ ਬਸਹਿ ਸਾਧ ਕੈ ਸੰਗਾ। ਏ ਪ੍ਰਭੂ, ਤੂੰ ਹੀ ਸੁਆਮੀ ਹੈ ਸਾਰੇ ਜਗਤ ਦਾ ਤੇ ਤੂੰ ਹੀ ਅੰਤਰਜਾਮੀ ਹੈ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ। ਅੰਤਰਜਾਮੀ ਮਹਾਰਾਜ, ਤੁਸੀਂ ਅੰਦਰੋਂ ਹਿਰਦਿਆਂ ਦੀ ਜਾਣਨ ਵਾਲੇ, ਬੁੱਝਣ ਵਾਲੇ ਹੋ। ਤੂੰ ਹੀ ਬਸਹਿ ਸਾਧ ਕੈ ਸੰਗਾ। ਮਹਾਰਾਜ, ਸਾਧੂਆਂ ਦੀ ਸੰਗਤ ਵਿੱਚ ਵੀ ਤੁਸੀਂ ਵਸਦੇ ਹੋ। ਤੁਸੀਂ ਵਸਦੇ ਹੋ ਸਾਧੂ ਜਨਾਂ ਦੇ ਸੰਗ ਵਿੱਚ। ਜਿੱਥੇ ਸਾਧੂ ਜਨ ਬਹਿ ਜਾਣ, ਪਰਮੇਸ਼ਰ ਦੀ ਬੰਦਗੀ ਕਰਨ ਵਾਲੇ, ਸਾਧਨਾ ਕਰਨ ਵਾਲੇ, ਤੁਸੀਂ ਉਹਨਾਂ ਦੇ ਨਾਲ ਹੀ ਵਸਦੇ ਹੋ, ਉਹਨਾਂ ਦੇ ਨਾਲ ਹੀ ਰਹਿੰਦੇ ਹੋ ਸਾਧੂਆਂ ਦੇ ਸੰਗ ਵਿੱਚ। ਆਖਿਆ ਪਾਰ ਬ੍ਰਹਮ ਪਰਮੇਸ਼ਰ ਜੀ, ਕੋਈ ਐਸੀ ਥਾਂ ਜਿੱਥੇ ਤੁਸੀਂ ਹਮੇਸ਼ਾ ਸਾਖਸ਼ਾਤਕਾਰ ਰੂਪ ਹੋ ਕੇ ਵਰਤਦੇ ਹੋ। ਰਹਿੰਦੇ ਤਾਂ ਸਾਰੇ ਪਾਸੇ ਹੋ। ਪਾਣੀ ਸਾਰੀ ਧਰਤੀ ਥੱਲੇ ਆ, ਪਰ ਸਰੋਵਰਾਂ ਵਿੱਚ ਉੱਤੇ ਨਜ਼ਰ ਆਉਂਦਾ, ਨਦੀਆਂ ਦਰਿਆਵਾਂ ਵਿੱਚ ਉੱਤੇ ਹੀ ਦਿਸਦਾ ਨਾ ਪ੍ਰਤੱਖ। ਪਰਮਾਤਮਾ ਸਰਬ ਥਾਂ ਹੀ ਹੈ, ਸਰਬ ਜਗ੍ਹਾਵਾਂ ਤੇ ਹੈ। ਮਹਾਰਾਜ, ਕੋਈ ਐਸਾ ਥਾਂ ਹੋਵੇ ਜਿੱਥੇ ਤੁਸੀਂ ਪ੍ਰਤੱਖ ਰੂਪ 'ਚ ਵਰਤਦੇ ਹੋ, ਤਾਂ ਮਹਾਰਾਜ ਜੀ ਕਹਿੰਦੇ ਜਿੱਥੇ ਸਾਧ ਸੰਗਤ ਹੁੰਦੀ ਹੈ ਉੱਥੇ ਮੈਂ ਪ੍ਰਤੱਖ ਵਰਤਦਾ ਹਾਂ। ਵਿੱਚ ਸੰਗਤ ਹਰ ਪ੍ਰਭ, ਉੱਥੇ ਮੈਂ ਪ੍ਰਤੱਖ ਰੂਪ ਵਿੱਚ ਵਰਤਦਾ ਜਿੱਥੇ ਸਾਧ ਸੰਗਤ ਹੈ। ਤੋ ਇਸ ਕਰਕੇ ਪੰਜਵੇਂ ਪਾਤਸ਼ਾਹ ਕਹਿੰਦੇ ਤੂੰ ਹੀ ਵਸਹਿ ਸਾਧ ਕੈ ਸੰਗਾ। ਮਹਾਰਾਜ, ਤੁਸੀਂ ਵਸਦੇ ਹੋ ਸਾਧੂਆਂ ਦੇ ਸੰਗ ਵਿੱਚ। ਜਿੱਥੇ ਜਿੱਥੇ ਸਾਧ ਸੰਗਤ ਹੁੰਦੀ ਹੈ ਉੱਥੇ ਤੁਸੀਂ ਵਸਦੇ ਹੋ, ਉੱਥੇ ਤੁਹਾਡਾ ਨਿਵਾਸ ਹੈ। ਰਹਾਉ
ਖਿਨ ਮਹਿ ਥਾਪ ਨਿਵਾਜੇ ਠਾਕੁਰ ਆਹਾ ਨੀਚ ਕੀਟ ਤੇ ਕਰਹਿ ਰਾਜੰਗਾ। ਮਹਾਰਾਜ ਇੱਕ ਖਿੰਨ ਦੇ ਵਿੱਚ ਥਾਪਣ ਵਾਲੇ ਹੋ, ਗਰੀਬਾਂ ਨੂੰ ਨਿਵਾਜਣ ਵਾਲੇ ਹੋ, ਇੱਕ ਛਿੰਨ ਨਹੀਂ ਲਾਉਂਦੇ। ਐਸੇ ਦਿਆਲੂ ਹੋ, ਜਦੋਂ ਦਇਆ ਦੇ ਘਰ ਵਿੱਚ ਆਉਂਦੇ ਹੋ ਤੇ ਕੀੜੇ ਨੂੰ ਵੀ ਰਾਜਾ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ। ਨੀਚ ਕੀਟ ਤੇ ਕਰਹਿ ਰਾਜੰਗਾ। ਰਾਜੰਗਾ ਕਹਿੰਦੇ ਰਾਜੇ ਨੂੰ, ਕੀਟ ਕਹਿੰਦੇ ਆ ਕੀੜੇ ਨੂੰ। ਨੀਚ ਜਿਹਾ ਕੀੜੇ ਵਾਂਗੂ ਤੁੱਛ ਜਿਹਾ ਜੀਵ ਹੋਵੇ। ਮਹਾਰਾਜ ਜੀ ਜਦੋਂ ਤੁਸੀਂ ਦਇਆ ਦੇ ਘਰ ਵਿੱਚ ਆਉਂਦੇ ਹੋ, ਇੱਕ ਖਿੰਨ ਚ ਥਾਪਦੇ ਨਿਵਾਜਦੇ ਹੋ ਨਾ, ਤੇ ਉਦੋਂ ਇੱਕ ਕੀੜੇ ਨੂੰ ਵੀ ਰਾਜਾ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ। ਫਿਰ ਮੈਂ ਰਾਉ ਰੰਗ ਕੋ ਕਰਹੀ। ਮਹਾਰਾਜ ਇੱਕ ਛਿੰਨ ਵਿੱਚ ਰੰਗ ਨੂੰ ਰਾਜਾ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ। ਤੁਹਾਡੇ ਘਰ ਦੀ ਵਡਿਆਈ ਹੈ ਸਾਹਿਬ ਜੀ, ਖਿੰਨ ਵਿੱਚ। ਤੇ ਇੱਕ ਖਿੰਨ ਵਿੱਚ ਹੀ ਰਾਜਿਆਂ ਨੂੰ ਭਿਖਾਰੀ ਬਣਾਉਂਦਿਆਂ ਵੀ ਦੇਰੀ ਨਹੀਂ ਲਾਉਂਦੇ। ਭਿਖਾਰੀਆਂ ਨੂੰ ਰਾਜਾ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਭਿਖ ਨਾ ਪਾਏਂਦਾ। ਇਹ ਵੀ ਮਹਾਰਾਜ ਜੀ ਸਮਰੱਥਾ ਤੁਹਾਡੇ ਹੱਥ ਵਿੱਚ ਹੈ। ਤੇ ਸਾਹਿਬ ਜੀ ਤੁਸੀਂ ਇੱਕ ਖਿੰਨ ਦੇ ਵਿੱਚ ਥਾਪ ਕੇ ਨਿਵਾਜਣ ਵਾਲੇ ਹੋ। ਹੇ ਠਾਕੁਰ ਜੀ ਤੁਸੀਂ ਨੀਚ ਕੀੜਿਆਂ ਨੂੰ ਵੀ ਰਾਜੰਗਾ ਰਾਜਾ ਕਰਦਿਆਂ ਦੇਰੀ ਨਹੀਂ ਲਾਉਂਦੇ। ਕਬਹੁ ਨ ਬਿਸਰੈ ਹੀਏ ਮੋਰੇ ਤੇ, ਨਾਨਕ ਦਾਸ ਇਹੀ ਦਾਨ ਮੰਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮਹਾਰਾਜ ਮੈਂ ਤੁਹਾਡੇ ਚਰਨਾਂ 'ਚ ਇੱਕ ਦਾਨ ਮੰਗਦਾ ਹਾਂ, ਇੱਕੋ ਦਾਨ ਮੰਗਦਾ ਹਾਂ, ਇੱਕ ਦਾਨ ਮੰਗਦਾ ਹਾਂ। ਮਹਾਰਾਜ ਜੀ ਪੁੱਛਿਆ ਕਿਹੜਾ ਦਾਨ ਚਾਹੀਦਾ ਹੈ, ਤੁਸੀਂ ਕਿਹੜਾ ਦਾਨ ਮੰਗਦੇ ਜੇ? ਕਹਿੰਦੇ ਮਹਾਰਾਜ ਮੈਂ ਇਹ ਦਾਨ ਮੰਗਦਾ ਹਾਂ ਕਿ ਤੁਸੀਂ ਮੇਰੇ ਹਿਰਦੇ ਚੋਂ ਕਦੇ ਨਾ ਵਿਸਰੋ। ਕਬਹੁ ਨ ਬਿਸਰੈ ਹੀਏ ਮੋਰੇ ਤੇ, ਮੇਰੇ ਹਿਰਦੇ ਚੋਂ ਮਹਾਰਾਜ ਜੀ ਕਦੇ ਨਾ ਵਿਸਰੋ। ਮੈਂ ਇਹੀ ਦਾਨ ਤੁਹਾਡੇ ਚਰਨਾਂ ਚੋਂ ਮੰਗਦਾ ਹਾਂ। ਭਾਈ ਬਾਲਾ ਜੀ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ, ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਭਾਈ ਬਾਲਾ ਜੀ ਮੰਗੋ, ਤੁਹਾਡੇ ਵਾਸਤੇ ਸਾਡੇ ਕੋਲ ਕੋਈ ਵਸਤੂ ਅਦੇ ਨਹੀਂ ਜਿਹੜੀ ਨਾ ਦੇ ਸਕੀਏ, ਜੋ ਮੰਗੋਗੇ ਦਿਆਂਗੇ। ਤੇ ਭਾਈ ਬਾਲਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਆਖਿਆ ਸਾਹਿਬ ਦੋ ਚੀਜ਼ਾਂ ਦਾ ਦਾਨ ਮੈਂ ਤੁਹਾਡੇ ਚਰਨਾਂ ਚੋਂ ਮੰਗਦਾ ਹਾਂ। ਇੱਕ ਕਿ ਤੁਹਾਡੇ ਚਰਨ ਮੇਰੇ ਹਿਰਦੇ ਚੋਂ ਕਦੇ ਨਾ ਵਿਸਰਨ, ਤੇ ਦੂਜਾ ਦਾਨ ਇਹ ਮੰਗਦਾ ਕਿ ਤੁਹਾਡੇ ਨਾਲ ਰਵਾਂ। ਲੋਕ ਤੁਹਾਡੀ ਨਿੰਦਾ ਵੀ ਕਰਦੇ ਐ, ਮੈਂ ਤੁਹਾਡੇ ਚਰਿੱਤਰ ਵੇਖਾਂ, ਤੁਹਾਡੇ ਕੌਤਕ ਵੇਖਾਂ, ਤੇ ਲੋਕਾਂ ਕੋਲ ਜਿਹੜੇ ਲੋਕ ਨਿੰਦਾ ਕਰਦੇ ਨੇ ਉਹ ਨਿੰਦਾ ਕਰਨਗੇ, ਉਹ ਵੀ ਮੇਰੇ ਕੰਨੀ ਪਏਗੀ ਆਵਾਜ਼। ਤੇ ਮੇਰੇ ਤੇ ਇਹ ਤਰਸ ਕਰਿਓ ਕਿ ਤੁਹਾਡੇ ਚਰਿੱਤਰ ਤੇ ਕੌਤਕ ਵੇਖ ਕੇ ਮੈਂ ਕਦੇ ਭਰਮਾਂ ਨਾ, ਮੈਂ ਭਰਮ ਚ ਨਾ ਪਵਾਂ। ਇਹ ਦੋ ਦਾਨ ਮੇਰੇ ਸਾਹਿਬ ਜੀ ਕਿਰਪਾ ਕਰਕੇ ਮੈਨੂੰ ਦੇ ਦਿਓ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਬਾਲਾ ਜੀ ਇਸੇ ਤਰ੍ਹਾਂ ਹੀ ਹੋਵੇਗਾ, ਤੁਸੀਂ ਸਾਡੇ ਨਾਲ ਰਹਿ ਕੇ ਕਦੇ ਨਹੀਂ ਭਰਮੋਗੇ, ਔਰ ਤੁਹਾਡੇ ਚਿੱਤ ਚੋਂ ਕਦੇ ਕਰਤਾਰ ਨਹੀਂ ਵਿਸਰੇਗਾ। ਗੁਰਸਿੱਖ ਮੰਗੀਏ ਮੰਗਦਾ, ਮਹਾਰਾਜ ਤੁਸੀਂ ਮੇਰੇ ਹਿਰਦੇ ਚੋਂ ਕਦੇ ਨਾ ਵਿਸਰੋ। ਵਿਸਰਨਾ ਹੀ ਦਾਤਾਰ, 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 ਵਿਸਰਨਾ ਹੀ ਦਾਤਾਰ। ਮਹਾਰਾਜ ਜੀ ਕਿਰਪਾ ਕਰੋ,
ਦਇਆ ਕਰੋ ਮੇਰੇ ਹਿਰਦੇ ਚੋਂ ਨਾ ਵਿਸਰੋ। ਇਹ ਦਾਨ ਮੈਂ ਤੁਹਾਡੇ ਚਰਨਾਂ ਚੋਂ ਮੰਗਦਾ ਹਾਂ। ਬਿਲਾਵਲ ਮਹੱਲਾ ਪੰਜਵਾ। ਅਚੁੱਤ ਪੂਜਾ ਜੋਗ ਗੋਪਾਲ। ਰਾਗ ਬਿਲਾਵਲ ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ, ਅਚੁੱਤ ਜੋ ਨਾ ਡਿੱਗੇ ਉਹਨੂੰ ਕਹਿੰਦੇ ਨੇ ਅਚੁੱਤ, ਜੋ ਡਿੱਗਣ ਤੋਂ ਰਹਿਤ ਹੈ। ਹਰ ਸ਼ੈ ਡਿੱਗ ਜਾਣੀ ਹੈ ਆਪਣੇ ਸਮੇਂ ਨਾਲ, ਹਰ ਸ਼ੈ ਡਿੱਗਣੀ ਹੈ, ਢੇਰੀ ਹੋਣੀ ਹੈ। ਤੇ ਵੱਡਿਆਂ ਵੱਡਿਆਂ ਦੇ ਕਿਰਦਾਰ ਵੀ ਡਿੱਗਦਿਆਂ ਦੇਰੀ ਨਹੀਂ ਲੱਗਦੀ। ਕਿਸੇ ਚੰਗੇ ਰੁਤਬੇ ਤੇ ਵੱਡੇ ਤੇ ਬੈਠਾ, ਉਹਦੇ ਤੋਂ ਵੀ ਡਿੱਗਦਿਆਂ ਦੇਰੀ ਨਹੀਂ ਲੱਗਦੀ। ਹਰ ਕੁਝ ਡਿੱਗ ਸਕਦਾ, ਪਰ ਪਰਮਾਤਮਾ ਅਡਿੱਗ ਹੈ, ਉਹ ਕਦੇ ਨਹੀਂ ਡਿੱਗ ਸਕਦਾ। ਇਸ ਕਰਕੇ ਉਹਨੂੰ ਕਹਿੰਦੇ ਨੇ ਅਚੁੱਤ, ਨਾ ਡਿੱਗਣ ਵਾਲਾ। ਉਹਦੀ ਪੂਜਾ। ਜੋਗ ਗੋਪਾਲ ਕਹਿੰਦੇ ਯੋਗ ਹੈ। ਇਹ ਗੋਪਾਲ ਦੀ ਜਿਹੜੀ ਪੂਜਾ ਹੈ, ਉਸ ਦੀ ਜਿਹੜੀ ਪੂਜਾ ਅਕਾਲ ਪੁਰਖ ਦੀ, ਇਹੀ ਅਸਲ ਵਿੱਚ ਯੋਗ ਹੈ। ਮਨ ਤਨ ਅਰਪ ਰੱਖੋ ਹਰ ਆਗੈ, ਸਰਬ ਜੀਆ ਕਾ ਹੈ ਪ੍ਰਤਪਾਲ। ਮੈਂ ਆਪਣਾ ਮਨ ਤੇ ਤਨ ਆਪਣੇ ਹਰੀ ਦੇ ਅੱਗੇ ਅਰਪਣ ਕਰਦਾ ਹਾਂ, ਔਰ ਇਹ ਜਾਣਦਾ ਹਾਂ ਕਿ ਮੇਰਾ ਪ੍ਰਭੂ ਸਰਬ ਜੀਵਾਂ ਨੂੰ ਪਾਲਣ ਵਾਲਾ, ਹਰ ਇੱਕ ਜੀਵ ਦਾ ਪ੍ਰਤਪਾਲਕ ਹੈ। ਸਰਬ ਜੀਆਂ ਕਾ ਹੈ ਪ੍ਰਤਪਾਲ, ਜੋ ਸਰਬ ਜੀਆਂ ਨੂੰ ਪਾਲਣ ਵਾਲਾ, ਸਰਬ ਜੀਆਂ ਦਾ ਪਾਲਣਹਾਰ ਹੈ। ਉਹਦੇ ਚਰਨਾਂ 'ਚ ਮੈਂ ਆਪਣਾ ਮਨ ਤੇ ਤਨ ਅਰਪ ਦਿੱਤਾ, ਭੇਟ ਕਰ ਦਿੱਤਾ ਹੈ। ਰਹਾਉ ਸਾਰਨ ਸਮਰੱਥ ਅਕਥ ਸੁਖ ਦਾਤਾ, ਕਿਰਪਾ ਸਿੰਧ ਵੱਡੋ ਦਇਆਲ। ਮੈਂ ਸਮਰੱਥ ਦੀ ਸ਼ਰਨ ਵਿੱਚ ਹਾਂ, ਜੋ ਅਕਥ ਹੈ, ਕਥਨ ਵਿੱਚ ਨਹੀਂ ਆਉਂਦਾ। ਪਰਮਾਤਮਾ ਕਥਨ ਵਿੱਚ ਨਹੀਂ ਆਉਂਦਾ ਗੁਰੂ ਖਾਲਸਾ ਜੀ, ਉਹ ਕਥਨ ਤੋਂ ਪਰੇ ਅਕਥ ਹੈ। ਮੈਂ ਉਹਦੀ ਸ਼ਰਨ 'ਚ ਹਾਂ ਜੋ ਸੁੱਖਾਂ ਦਾ ਦਾਤਾ ਹੈ, ਸਰਬ ਸੁੱਖ ਦੇਣ ਵਾਲਾ ਹੈ। ਹੇ ਮਹਾਰਾਜ ਦਿਆਲੂ ਪ੍ਰਭੂ ਜੀ, ਸਾਡੇ ਤੇ ਕਿਰਪਾ ਕਰੋ। ਅਸੀਂ ਤੁਹਾਡੇ ਚਰਨਾਂ 'ਚੋਂ ਇਹ ਦਾਨ ਮੰਗਦੇ ਹਾਂ। ਮਹਾਰਾਜ, ਸਾਡੇ ਤੇ ਦਇਆ ਦੇ ਘਰ ਵਿੱਚ ਆ ਕੇ ਕਿਰਪਾ ਕਰੋ। ਕੰਠ ਲਾਏ ਰੱਖੈ ਆਪਣੇ ਕੋ, ਤਿਸਨੋ ਲੱਗੈ ਨਾ ਤਾਤੀ ਬਾਲ। ਮਹਾਰਾਜ ਜੀ, ਜਿਨ੍ਹਾਂ ਨੂੰ ਤੁਸੀਂ ਆਪਣੇ ਗਲ ਨਾਲ ਲਾ ਕੇ ਰੱਖਦੇ ਹੋ, ਆਪਣੇ ਕੰਠ ਨਾਲ ਲਾ ਕੇ ਰੱਖਦੇ ਹੋ, ਉਹਨਾਂ ਨੂੰ ਤੱਤੀ ਵਾਰ ਨਹੀਂ ਲੱਗਦੀ। ਤਿਸਨੋ ਲੱਗਾ ਨਾ ਤਾਤੀ ਬਾਲ। ਬਾਲ ਦਾ ਇੱਥੇ ਅਰਥ ਹੈ ਵਾਯੂ, ਹਵਾ। ਮਹਾਰਾਜ ਜੀ, ਉਹਨਾਂ ਨੂੰ ਤੱਤੀ ਹਵਾ ਨਹੀਂ ਲੱਗਦੀ ਜਿਨ੍ਹਾਂ ਨੂੰ ਤੁਸੀਂ ਆਪਣੇ ਗਲ ਨਾਲ ਲਾ ਕੇ ਰੱਖ ਲੈਂਦੇ ਹੋ। ਤਾਤੀ ਵਾਯੂ ਨਾ ਲੱਗਈ। ਪਾਰ ਬ੍ਰਹਮ ਜਿਹੜੇ ਉਸ ਮਾਲਕ ਦੀ ਸ਼ਰਨ 'ਚ ਪੈ ਗਏ, ਅਕਾਲ ਪੁਰਖ ਨੇ ਜਿਨ੍ਹਾਂ ਨੂੰ ਆਪਣੇ ਕੰਠ ਨਾਲ ਲਾ ਕੇ ਰੱਖ ਲਿਆ, ਉਹਨਾਂ ਨੂੰ ਕਿਸੇ ਵਿਸ਼ੇ ਵਿਕਾਰ ਦੀ ਤੱਤੀ ਵਾਹ ਪਰਮੇਸ਼ਰ ਨਹੀਂ ਲੱਗਣ ਦਿੰਦਾ। ਦਾਮੋਦਰ ਦਇਆਲ ਸੁਆਮੀ, ਸਰਬਸ ਸੰਤ ਜਨਾ ਤਨ ਮਾਲ। ਇਹ ਦਾਮੋਦਰ, ਜਿਹੜਾ ਇਹ ਦਾਮੋਦਰ ਸ਼ਬਦ ਹੈ ਨਾ, ਦਾਮ ਦਾ ਮਤਲਬ ਹੁੰਦਾ ਰੱਸੀ, ਤੇ ਉਦਰ ਦਾ ਮਤਲਬ ਹੁੰਦਾ ਪੇਟ। ਜਿਹੜਾ ਰੱਸੀ ਨੂੰ ਆਪਣੇ ਪੇਟ ਦੇ ਆਲੇ ਦੁਆਲੇ ਲਪੇਟ ਕੇ ਰੱਖ ਕੇ ਉਹਨੂੰ ਆਪਣੇ 'ਚ ਸਮੇਟ ਲਵੇ, ਉਹਨੂੰ ਕਹਿੰਦੇ ਨੇ ਦਾਮੋਦਰ। ਇਹ ਨਾਂ ਪ੍ਰਚਲਿਤ ਕਿਵੇਂ ਹੋਇਆ? ਭਗਵਾਨ ਕ੍ਰਿਸ਼ਨ ਜੀ ਬਾਲ ਰੂਪ ਵਿੱਚ ਸਨ, ਮੱਖਣ ਖਾ ਲੈਂਦੇ ਘਰੋਂ, ਹਾਂਡੀ ਤੋੜ ਦਿੰਦੇ, ਕਦੇ ਗੁਆਂਢੀਆਂ ਦੇ ਘਰ ਜਾ ਕੇ ਉਹਨਾਂ ਦੀਆਂ ਹਾਂਡੀਆਂ ਤੋੜਨੀਆਂ ਤੇ ਮੱਖਣ ਖਾ ਲੈਣਾ। ਮਾਖਣ ਚੋਰ ਨਾ ਪੈ ਗਿਆ।
ਯਸ਼ੋਦਾ ਮਾਤਾ ਦੇ ਮਨ ਚ ਆਈ ਵੀ ਇਹ ਥਾਂ ਥਾਂ ਤੇ ਉਲਾਂਭੇ ਦਵਾਉਂਦਾ। ਇੱਕ ਦਿਨ ਗੁੱਸੇ ਚ ਆਈ ਤੇ ਘਰ ਚ ਇੱਕ ਉਖਲ ਸੀ ਤੇ ਉਖਲ ਦੇ ਨਾਲ ਬੰਨਣ ਲੱਗੀ ਕ੍ਰਿਸ਼ਨ ਜੀ ਨੂੰ। ਰੱਸੀ ਲਈ, ਪੇਟ ਦੇ ਨਾਲ ਰੱਸੀ ਲਪੇਟ ਕੇ, ਉਖਲ ਨਾਲ ਲਪੇਟ ਕੇ ਬੰਨਣਾ ਚਾਹੁੰਦੀ ਹੈ। ਰੱਸੀ ਛੋਟੀ ਹੋ ਗਈ, ਰੱਸੀ ਦੇ ਨਾਲ ਹੋਰ ਦੂਜੀ ਰੱਸੀ ਬੰਨੀ, ਹੋਰ ਛੋਟੀ ਹੋ ਗਈ। ਉਦਰ ਦੇ ਵਿੱਚ ਹੀ ਸਮਾਈ ਜਾਣ ਕ੍ਰਿਸ਼ਨ ਜੀ ਪੇਟ 'ਚ। ਘਰ ਦੀਆਂ ਸਾਰੀਆਂ ਰੱਸੀਆਂ ਮੁੱਕ ਗਈਆਂ ਪਰ ਪੇਟ ਨਹੀਂ ਬੰਨ ਸਕੀ। ਉਥੋਂ ਨਾਮ ਪਿਆ ਕ੍ਰਿਸ਼ਨ ਜੀ ਦਾ ਦਾਮੋਦਰ। ਹੁਣ ਇਹ ਤਾਂ ਭਗਵਾਨ ਕ੍ਰਿਸ਼ਨ ਜੀ ਦੇ ਨਾਂ ਸੰਬੰਧ ਦੇ ਵਿੱਚ ਆ ਗਿਆ ਦਾਮੋਦਰ। ਗੁਰਬਾਣੀ ਵਿੱਚ ਜਦੋਂ ਦਾਮੋਦਰ ਸ਼ਬਦ ਵਰਤਿਆ ਤੇ ਕ੍ਰਿਸ਼ਨ ਜੀ ਦਾ ਵਾਚਕ ਨਹੀਂ, ਇੱਥੇ ਦਾਮੋਦਰ ਸ਼ਬਦ ਅਕਾਲ ਪੁਰਖ ਦਾ ਵਾਚਕ ਹੈ, ਪਰਮੇਸ਼ਰ ਦਾ ਵਾਚਕ ਹੈ, ਨਿਰਾਕਾਰ ਸਰੂਪ ਦਾ ਵਾਚਕ ਹੈ। ਕਿ ਆ ਜਿਹੜੀ ਧਰਤੀ ਹੈ ਇਹ ਹੈ ਤੜਾਗੀ, ਪਰਮਾਤਮਾ ਦੇ ਉਦਰ ਦੇ ਆਸਰੇ ਇਹ ਸਾਰੀ ਧਰਤੀ ਟਿਕੀ ਹੋਈ। ਇਸ ਕਰਕੇ ਉਹਨੂੰ ਕਹਿੰਦੇ ਨੇ ਦਾਮੋਦਰ। ਸੋ ਐਸਾ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾਮੋਦਰ ਹੈ, ਉਸ ਦਾਮੋਦਰ ਨੂੰ ਕਹਿੰਦੇ ਹੈ ਪ੍ਰਭੂ ਤੂੰ ਦਿਆਲ ਵੀ ਹੈ। ਦਾਮੋਦਰ ਦਿਆਲ ਸੁਆਮੀ, ਸਰਬਸ ਸੰਤ ਜਨਾ ਧਨ ਮਾਲ। ਸੰਤ ਜਨਾਂ ਨੇ ਤੈਨੂੰ ਹੀ ਆਪਣਾ ਸਾਰਾ ਧਨ ਮਾਲ ਸੰਪਦਾ ਸਮਝਿਆ ਹੋਇਆ। ਸਰਬਸ ਸਭ ਕੁਝ ਤੈਨੂੰ ਹੀ ਜਾਣਿਆ। ਸੰਤ ਜਨਾਂ ਲਈ ਤੂੰ ਹੀ ਉਹਨਾਂ ਦਾ ਧਨ ਹੈ, ਸੰਤ ਜਨਾਂ ਵਾਸਤੇ ਤੂੰ ਹੀ ਉਹਨਾਂ ਦਾ ਮਾਲ ਹੈ, ਸੰਤ ਜਨਾਂ ਵਾਸਤੇ ਤੂੰ ਹੀ ਉਹਨਾਂ ਦੀ ਸੰਪਦਾ ਹੈ, ਸੰਤ ਜਨਾਂ ਲਈ ਤੂੰ ਹੀ ਉਹਨਾਂ ਦੀ ਵਿਭੂਤੀ ਹੈ, ਸੰਤ ਜਨਾਂ ਵਾਸਤੇ ਤੂੰ ਹੀ ਸਭ ਕੁਝ ਹੈ। ਹਾਂਜੀ। ਨਾਨਕ ਜਾਚਕ ਦਰਸ਼ ਪ੍ਰਭ ਮਾਂਗੈ, ਸੰਤ ਜਨਾ ਕੀ ਮਿਲੈ ਰਵਾਲ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੈਂ ਜਾਚਕ ਬਣ ਕੇ ਤੁਹਾਡੇ ਚਰਨਾਂ ਚੋਂ ਤੁਹਾਡਾ ਦਰਸ਼ਨ ਮੰਗਦਾ ਹਾਂ ਔਰ ਨਾਲ ਇਹ ਮੰਗ ਕਰਦਾ ਮਹਾਰਾਜ ਮੈਨੂੰ ਤੁਹਾਡੇ ਸੰਤ ਜਨਾਂ ਦੇ ਚਰਨਾਂ ਦੀ ਰਵਾਲ ਧੂੜੀ ਮਿਲੇ। ਸੰਤ ਜਨਾ ਕੀ ਮਿਲੈ ਰਵਾਲ, ਸੰਤ ਜਨਾਂ ਦੇ ਚਰਨਾਂ ਦੀ ਮੈਨੂੰ ਰਵਾਲ ਧੂੜੀ ਮਿਲ ਜੇ ਮਹਾਰਾਜ। ਇਹ ਦਾਨ ਮੈਂ ਤੁਹਾਡੇ ਚਰਨਾਂ ਚੋਂ ਮੰਗਦਾ ਹਾਂ। ਬਿਲਾਵਲ ਮਹੱਲਾ ਪੰਜਵਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਰਾਗ ਬਿਲਾਵਲ ਚ ਸ਼ਬਦ ਉਚਾਰਦੇ ਹਨ। ਸਿਮਰਤ ਨਾਮ ਕੋਟ ਜਤਨ ਭਈ। ਕਹਿੰਦੇ ਪਰਮੇਸ਼ਰ ਦਾ ਨਾਮ ਸਿਮਰਨਾ ਹੀ ਮੇਰੇ ਲਈ ਕਰੋੜਾਂ ਯਤਨ ਹੋ ਗਏ। ਕੋਈ ਕਹਿੰਦਾ ਨਾ ਵੀ ਆਹ ਕੰਮ ਕਰ ਲੋ ਜੀ, ਆਹ ਯਤਨ ਕਰ ਲੋ ਜੀ, ਆਹ ਉਪਰਾਲਾ ਕਰ ਲੋ ਜੀ, ਆਹ ਉਪਾਅ ਕਰ ਲੋ ਜੀ। ਮਹਾਰਾਜ ਜੀ ਕਹਿੰਦੇ ਜਦੋਂ ਮੈਂ ਪਰਮੇਸ਼ਰ ਦਾ ਨਾਮ ਸਿਮਰਿਆ ਮੇਰੇ ਲਈ ਇਹੀ ਕਰੋੜਾਂ ਯਤਨ ਹੋ ਗਏ। ਕੋਈ ਕਹਿੰਦਾ ਜੀ ਵਰਤ ਰੱਖ ਲੋ ਜੀ, ਕੋਈ ਕਹਿੰਦਾ ਜੀ ਪੂਜਾ ਕਰਿਆ ਕਰੋ ਜੀ, ਕੋਈ ਕਹਿੰਦਾ ਜੀ ਅਰਚਨਾ ਕਰਿਆ ਕਰੋ ਜੀ, ਕੋਈ ਕਹਿੰਦਾ ਜੀ ਯਾਤਰਾ ਕਰਿਆ ਕਰੋ, ਤੀਰਥਾਂ ਤੇ ਨਹਾਇਆ ਕਰੋ ਜੀ। ਕਈ ਯਤਨ ਦੱਸਦੇ ਕਰੋੜਾਂ ਹੀ। ਮਹਾਰਾਜ ਜੀ ਕਹਿੰਦੇ ਜਦੋਂ ਮੈਂ ਸਿਮਰਿਆ ਸਤਨਾਮ ਸ਼੍ਰੀ ਵਾਹਿਗੁਰੂ, ਕਹਿੰਦੇ ਮੇਰੇ ਵਾਸਤੇ ਇਹਦੇ 'ਚ ਹੀ ਸਾਰਾ ਕੁਝ ਹੋ ਗਿਆ। ਕਰੋੜਾਂ ਯਤਨ ਇਹਦੇ 'ਚ ਹੀ ਹੋ ਗਏ। ਪਰਮੇਸ਼ਰ ਦੇ ਸਿਮਰਨ ਦੇ ਵਿੱਚੋਂ ਹੀ ਮੇਰੇ ਲਈ ਕਰੋੜਾਂ ਯਤਨ ਹੋ ਗਏ। ਵਰਤ ਨੇਮ ਸੰਜਮ ਸਮ ਦਮ ਜੁਨਿਆ ਵੀ ਕੁਝ ਸੀ, ਉਹ ਨਾਮ ਸਿਮਰਨ ਦੇ ਵਿੱਚ ਹੀ ਸਭ ਕੁਝ ਹੋ ਗਿਆ। ਪਰਮੇਸ਼ਰ ਦੀ ਆਰਾਧਨਾ ਕਰਦੇ ਆ, ਇਹਦੇ 'ਚ ਹੀ ਮੇਰੇ ਕਰੋੜਾਂ ਯਤਨ ਹੋ ਗਏ। ਸਾਧੂ ਸੰਗ ਮਿਲ ਹਰ ਗੁਣ ਗਾਏ, ਜਮ ਦੂਤਨ ਕਉ ਤਰਾਸ ਆਹੇ। ਕਹਿੰਦੇ ਜਦੋਂ ਮੈਂ ਸਾਧ ਸੰਗਤ ਵਿੱਚ ਆ ਕੇ ਹਰੀ ਦੇ ਗੁਣ ਗਾਏ, ਅੱਜ ਜਿਵੇਂ ਆਪ ਜੀ ਬੈਠੇ ਸੰਗਤ ਵਿੱਚ ਹਰੀ ਗੁਣ ਗਾ ਰਹੇ ਹੋ, ਸੁਣ ਰਹੇ ਹੋ। ਕਹਿੰਦੇ ਜਦੋਂ ਮੈਂ ਸਾਧ ਸੰਗਤ ਵਿੱਚ ਆ ਕੇ ਹਰੀ ਦੇ ਗੁਣ ਗਾਏ, ਇਹਦਾ ਫਲ ਇਹ ਮਿਲਿਆ ਕਿ ਜਿਹੜੇ ਜਮ ਸੀ ਉਹ ਜਮ ਵੀ ਮੈਨੂੰ ਵੇਖ ਕੇ ਡਰਨ ਲੱਗ ਪਏ, ਭੈ ਭੀਤ ਹੋਣ ਲੱਗ ਪਏ। ਜਮ ਦੂਤਨ ਕੋ ਤਰਾਸ ਅਹੇ, ਜਮ ਦੂਤਾਂ ਨੂੰ ਵੀ ਡਰ ਹੋ ਗਿਆ ਵੀ ਇਹ ਸੰਗਤ ਕਰਨ ਵਾਲਾ, ਨਾਮ ਜਪਣ ਵਾਲਾ ਗੁਰਮੁਖ ਹੈ, ਇਹਦੇ ਨੇੜੇ ਨਹੀਂ ਜਾਣਾ। ਜਮ ਦੂਤਾਂ ਨੂੰ ਵੀ ਤਰਾਸ ਹੋ ਗਿਆ।
ਆਹੇ ਦਾ ਮਤਲਬ ਹੋ ਗਿਆ, ਉਹਨਾਂ ਨੂੰ ਵੀ ਡਰ ਹੋ ਗਿਆ, ਉਹਨਾਂ ਜੰਮਾਂ ਨੂੰ ਵੀ ਭੈ ਹੋ ਗਿਆ ਸਾਧ ਸੰਗਤ ਕਰਨ ਵਾਲੇ ਗੁਰਮੁਖਾਂ ਤੋਂ। ਇਹ ਸਾਧ ਸੰਗਤ ਦਾ ਪ੍ਰਤਾਪ ਹੈ। ਸਾਧ ਸੰਗਤ ਵਿੱਚ ਆ ਕੇ ਹਰੀ ਦੇ ਗੁਣ ਗਾਏ। ਜਿੱਥੇ ਆ ਕੇ ਗੁਣ ਗਾਇਨ ਕਰਦਿਆਂ ਜਮਦੂਤ ਵੀ ਵੇਖ ਕੇ ਭੈ ਭੀਤ ਹੋ ਗਏ, ਡਰ ਗਏ, ਹੁਣ ਉਹ ਮੇਰੇ ਨੇੜੇ ਨਹੀਂ ਆਉਂਦੇ। ਰਹਾਉ ਜੇਤੇ ਪੁੰਨ ਹੈ ਚਰਨ ਸੇ ਕੀਨੇ, ਮਨ ਤਨ ਪ੍ਰਭ ਕੇ ਚਰਨ ਗਹੇ। ਜਿਤਨੇ ਪੁਨः ਚਰਨ ਸੀ, ਉਪਾਉ ਸੀ, ਕੰਮ ਸੀ, ਜਾਂ ਵਰਤ ਰੱਖਣੇ ਜਾਂ ਹੋਰ ਕਈ ਤਰ੍ਹਾਂ ਦੇ ਕਰਮ ਕਾਂਡ, ਕਹਿੰਦੇ ਮੇਰਾ ਸਭ ਕੁਝ ਇੱਥੇ ਹੋ ਗਿਆ। ਕਿੱਥੇ? ਮਨ ਤਨ ਪ੍ਰਭ ਕੇ ਚਰਨ ਗਹੇ। ਜਦੋਂ ਮੈਂ ਮਨ ਔਰ ਤਨ ਕਰਕੇ ਆਪਣੇ ਪ੍ਰਭੂ ਦੇ ਚਰਨ ਪਕੜ ਲਏ, ਬਸ ਆਪਣੇ ਮਾਲਕ ਦੇ ਚਰਨ ਫੜਨ ਦੀ ਦੇਰੀ ਸੀ। ਮੇਰੇ ਵਰਤ ਵੀ ਹੋ ਗਏ, ਮੇਰੇ ਸੰਜਮ ਵੀ ਹੋ ਗਏ, ਮੇਰੇ ਨੇਮ ਵੀ ਹੋ ਗਏ, ਮੇਰੀ ਤੀਰਥ ਯਾਤਰਾ ਵੀ ਹੋ ਗਈ, ਸਾਰੇ ਸ਼ੁਭ ਕਰਮ ਹੋ ਗਏ ਜਦੋਂ ਮੈਂ ਆਪਣੇ ਪ੍ਰਭੂ ਦੇ ਚਰਨ ਗ੍ਰਹਿਣ ਕਰ ਲਏ, ਪਕੜ ਲਏ, ਆਪਣੇ ਪ੍ਰਭੂ ਦੇ ਚਰਨ ਪਕੜ ਲਏ। ਉਹਦੇ ਵਿੱਚ ਹੀ ਸਾਰੇ ਪੁਨः ਚਰਨ ਹੋ ਗਏ। ਸਾਰੇ ਸ਼ੁਭ ਕਰਮ ਜਿਹੜੇ ਪੁਨः ਆਚਰਣ, ਚੰਗੇ ਕੰਮ ਜਿਹੜੇ ਸਨ, ਉਹ ਸਾਰੇ ਚੰਗੇ ਕਰਮ ਹੋ ਗਏ ਜਦੋਂ ਮੈਂ ਆਪਣੇ ਪ੍ਰਭੂ ਦੇ ਚਰਨਾਂ ਨੂੰ ਗ੍ਰਹਿਣ ਕੀਤਾ। ਆਵਣ ਜਾਣ ਭਰਮ ਭਾਉ ਨਾਠਾ, ਜਨਮ ਜਨਮ ਕੇ ਕਿਲ ਵੇਖ ਦਹੇ। ਆਵਣ ਜਾਣ ਦਾ ਭਰਮ ਤੇ ਡਰ ਨੱਠ ਗਿਆ। ਮੇਰੇ ਜਨਮਾਂ ਜਨਮਾਂ ਦੇ ਕਿਲ ਵੇਖ ਪਾਪ ਕਰਮ ਸੜ ਕੇ ਸਵਾਹ ਹੋ ਗਏ। ਜਨਮ ਜਨਮ ਕੇ ਕਿਲ ਵਿਖ ਦਹੇ, ਜਨਮਾਂ ਜਨਮਾਂ ਦੇ ਕਿਲ ਵਿਖ ਪਾਪ ਦੈਨ ਹੋ ਗਏ, ਸੜ ਕੇ ਸਵਾਹ ਹੋ ਗਏ। ਨਿਰਭਉ ਹੋਏ ਪਜਹੁ ਜਗਦੀਸੈ, ਇਹੋ ਪਦਾਰਥ ਬੜ ਭਾਗ ਲਹੇ। ਨਿਰਭਉ ਹੋ ਕੇ ਜਗਦੀਸ਼ਵਰ ਪਰਮੇਸ਼ਰ ਦਾ ਭਜਨ ਕਰੋ ਭਾਈ। ਇਹ ਜਿਹੜਾ ਭਜਨ ਹੈ, ਪਦਾਰਥ ਹੈ ਨਾ, ਇਹ ਨਾਮ ਪਦਾਰਥ, ਇਹ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਕਰ ਕਿਰਪਾ ਪੂਰਨ ਪ੍ਰਭ ਦਾਤੇ, ਨਿਰਮਲ ਜਸ ਨਾਨਕ ਦਾਸ ਕਹੇ। ਇਹ ਪ੍ਰਭੂ ਦਾਤਾ ਜੀ ਕਿਰਪਾ ਕਰੋ, ਮੈਂ ਤੁਹਾਡਾ ਨਿਰਮਲ ਜਸ ਆਪਣੀ ਰਸਨਾ ਤੋਂ ਕਰਦਾ ਰਹਾ, ਤੁਹਾਡੀ ਸੋਭਾ ਵਰਣਨ ਕਰਦਾ ਰਹਾ। ਪੰਜਵੇਂ ਪਾਤਸ਼ਾਹ ਜੀ ਦਾ ਦਰਬਾਰ ਸਜਿਆ। ਕੁਝ ਸਿੱਖ ਗੁਰਦੇਵ ਦੀ ਸ਼ਰਨ ਚ ਆਏ, ਬੇਨਤੀ ਕਰਦੇ ਮਹਾਰਾਜ, ਬਾਦਸ਼ਾਹ ਜਹਾਂਗੀਰ ਦਾ ਜਰਨੈਲ ਸੁਲੀ ਖਾਂ ਤੁਹਾਡੇ ਤੇ ਚੜ ਕੇ ਆ ਰਿਹਾ ਹੈ। ਉਹ ਪਾਪੀ ਪਹਿਲਾਂ ਵੀ ਆਇਆ ਸੀ, ਵਾਪਸ ਪਰਤ ਗਿਆ, ਹੁਣ ਫੇਰ ਆ ਰਿਹਾ। ਪ੍ਰਿਥੀ ਚੰਦ ਤੁਹਾਡਾ ਵੱਡਾ ਭਰਾ ਉਹਨੂੰ ਪ੍ਰੇਰ ਕੇ ਲੈ ਕੇ ਆ ਰਿਹਾ ਹੈ। ਮਹਾਰਾਜ ਜੀ, ਆਪਾਂ ਕੋਈ ਉਪਾਅ ਕਰੀਏ। ਪੰਜਵੇਂ ਪਾਤਸ਼ਾਹ ਕਹਿੰਦੇ, ਸਿੱਖੋ ਬੇਫਿਕਰ ਹੋ ਜਾਓ, ਸੁਲੀ ਖਾਂ ਇੱਥੇ ਨਹੀਂ ਪਹੁੰਚੇਗਾ। ਮਹਾਰਾਜ ਜੀ ਦਾ ਬਚਨ ਸੱਚ ਹੋਇਆ। ਸੁਲੀ ਖਾਂ ਜਦੋਂ ਦਿੱਲੀੋਂ ਚੜ੍ਹ ਕੇ ਆਇਆ, ਬਾਬੇ ਪ੍ਰਿਥੀ ਚੰਦ ਨੂੰ ਮਿਲਣ ਵਾਸਤੇ ਉਹਨਾਂ ਦੇ ਨਗਰ, ਆ ਮਾਲਵੇ ਦੇ ਵਿੱਚ ਇੱਕ ਨਗਰ ਹੈ ਗੁਰੂ ਕੋਠਾ, ਉੱਥੇ ਗਏ। ਬਾਬੇ ਪ੍ਰਿਥੀ ਚੰਦ ਦਾ ਪਿੰਡ ਸੀ, ਇੱਟਾਂ ਦੇ ਆਵੇ ਲਾਏ ਹੋਏ ਸੀ, ਤੇ ਸੁਲੀ ਖਾਂ ਨੂੰ ਪ੍ਰਿਥੀ ਚੰਦ ਜੀ ਲੈ ਗਏ ਨਾਲ, ਵੀ ਚਲੋ ਤੁਹਾਨੂੰ ਮੈਂ ਆਪਣੇ ਪਿੰਡ ਦਾ ਗੇੜਾ ਮਰਵਾ ਕੇ ਲਿਆਵਾਂ। ਘੋੜੇ ਤੇ ਸਵਾਰ ਹੋ ਕੇ ਇੱਟਾਂ ਦੇ ਆਵੇ ਦੇ ਕੋਲ ਪਹੁੰਚੇ, ਤੇ ਸੁਲੀ ਖਾਂ ਦਾ ਘੋੜਾ ਤਰਬ ਕੇ ਇੱਟਾਂ ਦਾ ਜਿਹੜਾ ਪੱਠਾ ਸੀ, ਆਵਾ ਸੀ, ਉੱਤੇ ਗਿਆ। ਉਹ ਥਾਂ ਪੋਲੀ ਸੀ, ਉਹਦੇ ਵਿੱਚ ਡਿੱਗ ਪਿਆ। ਸੁਲੀ ਖਾਂ ਜਦੋਂ ਅੱਗ ਦੇ ਆਵੇ ਦੇ ਵਿੱਚ ਡਿੱਗਾ, ਸੜ ਕੇ ਮਰਨ ਲੱਗਾ, ਉਹਦਾ ਗਲ ਦੇ ਵਿੱਚ ਪਾਈ ਤਲਵਾਰ ਆਪਣੀ ਉਛਲ ਕੇ ਉਹਦੀ ਗਰਦਨ ਤੇ ਵੱਜੀ, ਤੇ ਉੱਥੇ ਹੀ ਉਹਦੀ ਮੌਤ ਹੋ ਗਈ, ਤੇ ਸੜ ਕੇ ਉਹਦੇ ਵਿੱਚ ਹੀ ਆਵੇ 'ਚ ਖਤਮ ਹੋ ਗਿਆ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਪਤਾ ਲੱਗਾ ਕਿ ਸੁਲਹੀ ਦਾ ਨਾਸ਼ ਹੋ ਗਿਆ। ਸਿੱਖਾਂ ਦੱਸਿਆ ਤਾਂ ਮਹਾਰਾਜ ਜੀ ਨੇ ਉਸ ਵਕਤ ਇਹ ਪਾਵਨ ਅੰਮ੍ਰਿਤ ਬਚਨ ਆਪਣੇ ਮੁਖਾਰ ਬਿੰਦ 'ਚੋਂ ਉਚਾਰਨ ਕੀਤਾ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 825 ਅੰਗ ਤੇ ਸੁਭਾਏਮਾਨ ਹੈ। ਸਰਵਣ ਕਰੀਏ ਜੀ।
ਬਿਲਾਵਲ ਮਹੱਲਾ ਪੰਜਵਾ। ਸੋਲਹੀ ਤੇ ਨਾਰਾਇਣ ਰਾਖ। ਜਦੋਂ ਰੱਖਿਆ ਦੇ ਸ਼ਬਦ ਪੜ੍ਹਦੇ ਆ ਗੁਰਸਿੱਖ, ਇਹ ਪਾਵਨ ਸ਼ਬਦ ਵੀ ਜਪਦੇ ਆ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਸੁਲਹੀ ਖਾਂ ਪਾਪੀ ਤੋਂ ਨਾਰਾਇਣ ਨੇ ਸਾਨੂੰ ਰੱਖ ਲਿਆ। ਜਿਹੜਾ ਸਾਡੇ ਤੇ ਚੜ ਕੇ ਆ ਰਿਹਾ ਸੀ ਉਹ ਆ ਹੀ ਨਹੀਂ ਸਕਿਆ ਸਾਡੇ ਤਾਈਂ। ਸੁਲਹੀ ਖਾਂ ਪਾਪੀ ਤੋਂ ਨਾਰਾਇਣ ਹਰੀ ਅਕਾਲ ਪੁਰਖ ਪਰਮੇਸ਼ਰ ਨੇ ਰੱਖ ਲਿਆ। ਸੋਲਹੀ ਕਾ ਹਾਥ ਕਹੀ ਨਾ ਪਹੁੰਚੈ। ਸੋਲਹੀ ਹੋਏ ਮੁਆ ਨਾ ਪਾਕ। ਸੁਲਹੀ ਖਾਂ ਪਾਪੀ ਦਾ ਹੱਥ ਸਾਡੇ ਤੱਕ ਪਹੁੰਚ ਹੀ ਨਹੀਂ ਸਕਿਆ, ਕਿਤੇ ਸਾਡੇ ਤੱਕ ਆ ਹੀ ਨਹੀਂ ਸਕਿਆ। ਉਹ ਪਾਪੀ ਰਸਤੇ 'ਚ ਹੀ ਅਪਵਿੱਤਰ ਹੋ ਕੇ ਮਰਿਆ। ਅਪਵਿੱਤਰ ਕਿਉਂ? ਨਾਪਾਕ ਸ਼ਬਦ ਵਰਤਿਆ। ਅਪਵਿੱਤਰ ਹੋ ਕੇ ਕਿਉਂ ਮਰਿਆ? ਇਹਦਾ ਮਤਲਬ ਹੈ ਮੁਸਲਮਾਨਾਂ 'ਚ ਸੜ ਕੇ ਮਰਨਾ ਹਰਾਮ ਹੁੰਦਾ ਹੈ, ਇਸ ਕਰਕੇ ਉਹ ਮੁਰਦਾ ਸਾੜਦੇ ਨਹੀਂ। ਸੁਲਹੀ ਖਾਂ ਸੜ ਕੇ ਮਰਿਆ, ਇਸ ਕਰਕੇ ਅਪਵਿੱਤਰ ਹੋ ਕੇ ਮਰਿਆ ਉਹਨਾਂ ਦੀ ਦ੍ਰਿਸ਼ਟੀ 'ਚ। ਮਹਾਰਾਜ ਜੀ ਕਹਿੰਦੇ ਸੁਲਹੀ ਖਾਂ ਨਾਪਾਕ ਤੇ ਅਪਵਿੱਤਰ ਹੋ ਕੇ ਮੂਆ ਮਰਿਆ ਹੈ। ਰਹਾਉ ਕਾਢ ਕੁਠਾਰ ਖਸਮ ਸਿਰ ਕਾਟਿਆ। ਖਿਨ ਮਹਿ ਹੋਏ ਗਿਆ ਹੈ ਖਾਕ। ਪਰਮੇਸ਼ਰ ਨੇ ਮੌਤ ਰੂਪੀ ਕੁਹਾੜਾ ਕੱਢ ਕੇ ਇਹੋ ਜੀ ਧੌਣ ਲਾਈ ਪਾਪੀ ਸੁਲਹੀ ਖਾਂ ਦੀ ਕਿ ਸੜ ਕੇ ਖਾਕ ਹੋ ਕੇ ਸਵਾਹ 'ਚ ਮਿਲ ਗਿਆ ਸੁਲਹੀ ਖਾਨ। ਮੰਦਾ ਚਿਤਵਤ ਪਚਿਆ। ਜਿਨ ਰਚਿਆ ਤਿਨ ਦੀਨਾ ਤਾਕ। ਮਾੜਾ ਚਿਤਵਦਾ ਸੜ ਮੋਇਆ, ਪਚਿਆ ਮਰ ਗਿਆ ਸੜ ਕੇ ਅੱਗ ਦੇ ਆਵੇ ਦੇ ਵਿੱਚ। ਜਿਸ ਪਰਮੇਸ਼ਰ ਨੇ ਰਚਿਆ ਸੀ ਉਸੇ ਨੇ ਧੱਕ ਦਿੱਤਾ ਨਰਕਾਂ ਦੇ। ਇੱਥੇ ਵੀ ਧੱਕਾ ਮਾਰਿਆ, ਪਰਮੇਸ਼ਰ ਦਾ ਹੀ ਧੱਕਾ ਵੱਜਾ ਤਾਂ ਹੀ ਡਿੱਗਾ ਨਾ ਆਵੇ 'ਚ। ਤੇ ਇੱਥੇ ਸੜ ਮੋਇਆ ਤੇ ਫਿਰ ਅੱਗੇ ਨਰਕਾਂ ਵਿੱਚ ਵੀ ਇਹ ਧੱਕਾ ਹੀ ਮਾਰ ਕੇ ਸੁੱਟਿਆ। ਜਾ ਹੁਣ ਜਨਮਾਂ ਤਾਈਂ ਨਰਕਾਂ ਦੀ ਅੱਗ 'ਚ ਮਲੇਛਾ ਸੜਦਾ ਰਹਿ। ਤੂੰ ਪੰਜਵੇਂ ਪਾਤਸ਼ਾਹ ਤੇ ਚੜ ਕੇ ਚੱਲਿਆ ਸੀ। ਕਹਿੰਦੇ ਉੱਥੇ ਵੀ ਨਰਕਾਂ ਦੀ ਅੱਗ ਦੇ ਵਿੱਚ ਧੱਕਾ ਮਾਰ ਕੇ ਸੁੱਟ ਦਿੱਤਾ। ਜਿਸ ਪਰਮੇਸ਼ਰ ਨੇ ਰਚਿਆ ਸੀ ਉਸੇ ਨੇ ਧੱਕਿਆ। ਪੁੱਤਰ ਮੀਤ ਧਨ ਕਿਛੁ ਨ ਰਹਿਓ। ਸੋ ਛੋੜ ਗਿਆ ਸਭ ਭਾਈ ਸਾਕ। ਕਹਿੰਦੇ ਨਾ ਹੁਣ ਪੁੱਤਰ ਮਿੱਤਰ ਧਨ ਕੁਝ ਨਹੀਂ ਰਿਹਾ। ਜਿੰਨੇ ਸਾਕ ਸੰਬੰਧੀ ਸੀ ਸਾਰਿਆਂ ਨੂੰ ਛੱਡ ਕੇ ਚਲਾ ਗਿਆ। ਕਹੋ ਨਾਨਕ ਤਿਸ ਪ੍ਰਭ ਬਲਿਹਾਰੀ। ਜਿਨ ਜਨ ਕਾ ਕੀਨੋ ਪੂਰਨ ਬਾਕ। ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਆਪਣੇ ਪ੍ਰਭੂ ਤੋਂ ਬਲਿਹਾਰ ਜਾਵਾਂ ਜਿਹਨੇ ਮੇਰਾ ਬਚਨ ਪੂਰਾ ਕਰ ਦਿੱਤਾ। ਮਹਾਰਾਜ ਜੀ ਕਹਿੰਦੇ, ਮਹਾਰਾਜ ਨੇ ਬਚਨ ਕੀਤਾ ਸੀ ਨਾ ਵੀ ਨਹੀਂ ਆਉਂਦਾ ਇੱਥੇ, ਸਿੱਖੋ ਬੇਫਿਕਰ ਹੋ ਜਾਓ। ਤੇ ਮਹਾਰਾਜ ਜੀ ਕਹਿੰਦੇ ਜਿਸ ਪ੍ਰਭੂ ਨੇ ਮੇਰਾ ਵਾਕ ਪੂਰਾ ਕੀਤਾ ਉਹ ਨਹੀਂ ਆਇਆ ਸੁਲਹੀ ਖਾਂ ਇੱਥੇ। ਮੈਂ ਆਪਣੇ ਉਸ ਪ੍ਰਭੂ ਤੋਂ ਬਲਿਹਾਰ ਜਾਵਾਂ, ਉਹਦੇ ਤੋਂ ਵਾਰੇ ਜਾਵਾਂ, ਉਹਦੇ ਤੋਂ ਕੁਰਬਾਨ ਜਾਵਾਂ। ਸਤਿਗੁਰੂ ਜੀ ਕਿਰਪਾ ਕਰਨ। ਸਾਡਾ ਇਹ ਗਾਵਿਆ ਸੁਣਿਆ ਸਾਹਿਬ ਜੀ ਥਾਏ ਪਾਵਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।